ਰਣਜੀਤ ਲਹਿਰਾ ਦੀ ਅਨੁਵਾਦਿਤ ਤੇ ਸੰਪਾਦਕ ਪੁਸਤਕ ਪ੍ਰਸਿੱਧ ਕਿਸਾਨ ਲਹਿਰਾਂ ਇੱਕ ਨਜ਼ਰ ਵਿੱਚੋਂ ਇੱਕ ਕਿਸਾਨ ਲਹਿਰ 19ਵੀਂ ਸਦੀ ਦਾ ਨੀਲ ਵਿਦਰੋਹ ਅਤੇ ਮੌਜੂਦਾ ਕਿਸਾਨ ਅੰਦੋਲਨ। ਅੱਜ ਤੋਂ ਕਰੀਬ 167 ਸਾਲ ਪਹਿਲਾਂ ਬੰਗਾਲ ਵਿੱਚ ਨੀਲ ਵਿਦਰੋਹ ਹੋਇਆ ਸੀ। ਨੀਲ ਵਿਦਰੋਹ ਤੋਂ ਪਹਿਲਾਂ 1857 ਵਿੱਚ ਪਹਿਲੀ ਜੰਗ ਆਜ਼ਾਦੀ ਦੀ ਬਗਾਵਤ ਨੂੰ ਅੰਗਰੇਜ਼ ਹਕੂਮਤ ਨੇ ਕੁਚਲ ਦਿੱਤਾ ਸੀ। ਸੰਥਾਲ ਵਿਦਰੋਹ ਵੀ ਹੋ ਚੁੱਕਿਆ ਸੀ। ਨੀਲ ਵਿਦਰੋਹ 'ਤੇ ਅੰਗਰੇਜ਼ ਹਕੂਮਤ ਬੁਖਲਾ ਗਈ ਸੀ। ਨੀਲ ਦੀ ਖੇਤੀ ਅੰਗਰੇਜ਼ ਪਲਾਂਟਰ ਯਾਨੀ ਕਾਰਖਾਨੇਦਾਰ ਕਰਵਾਉਂਦੇ ਸਨ। ਕਾਸ਼ਤਕਾਰਾਂ ਯਾਨੀ ਰਹਿਤਾਂ ਨੂੰ ਨੀਲ ਦੀ ਖੇਤੀ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਬੰਗਾਲ ਵਿੱਚ ਨੀਲ ਵਿਦਰੋਹ 1959-60 ਵਿੱਚ ਸ਼ੁਰੂ ਹੋਇਆ ਸੀ। ਉੱਥੇ ਨੀਲ ਦੀ ਖੇਤੀ ਲਗਭਗ 60 ਸਾਲ ਪਹਿਲਾਂ ਤੋਂ ਚੱਲੀ ਆ ਰਹੀ ਸੀ। ਨੀਲ ਦੀ ਖੇਤੀ ਕਰਨ ਲਈ ਮਜਬੂਰ ਕੀਤੇ ਗਏ ਕਿਸਾਨ ਭਿਆਨਕ ਦਾਅਵੇ ਦਾ ਸ਼ਿਕਾਰ ਸਨ। ਪਲਾਂਟਰ ਕਿਸਾਨਾਂ ਨੂੰ ਥੋੜ੍ਹੀ ਜਿਹੀ ਪੇਸ਼ਗੀ ਰਕਮ ਦੇ ਕੇ ਧੋਖਾਦੇਹੀ ਕਰਕੇ ਠੇਕਾ ਦੇਣ 'ਤੇ ਮਜਬੂਰ ਕਰ ਦਿੰਦੇ ਸਨ। ਨੀਲ ਦੇ ਪੌਦਿਆਂ ਦੀ ਜਿਹੜੀ ਕੀਮਤ ਕਿਸਾਨਾਂ ਨੂੰ ਦਿੱਤੀ ਜਾਂਦੀ ਸੀ ਉਹ ਬਾਜ਼ਾਰੀ ਕੀਮਤਾਂ ਤੋਂ ਬਹੁਤ ਘੱਟ ਹੁੰਦੀ ਸੀ ਅਤੇ ਕਿਸਾਨਾਂ ਨੂੰ ਉਹਨਾਂ ਦੀ ਸਭ ਤੋਂ ਉਪਜਾਊ ਜ਼ਮੀਨ 'ਤੇ ਨੀਲ ਦੀ ਖੇਤੀ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਉਹ ਇਹਨਾਂ ਜ਼ਮੀਨਾਂ 'ਤੇ ਪਹਿਲਾਂ ਝੋਨੇ ਦੀ ਖੇਤੀ ਕਰਦੇ ਸਨ। ਨੀਲ ਦੇ ਪੌਦਿਆਂ ਦਾ ਭੁਗਤਾਨ ਕਰਦੇ ਵਕਤ ਤੈਅ ਕੀਤੀ ਬੇਹੱਦ ਘੱਟ ਕੀਮਤ ਤੋਂ ਵੀ ਘਟਾ ਕੇ ਕੀਮਤ ਦਿੱਤੀ ਜਾਂਦੀ ਸੀ। ਕਿਸਾਨਾਂ ਨੂੰ ਪਲਾਂਟਰ ਦੇ ਮੁਲਾਜ਼ਮਾਂ ਕਰਿੰਦਿਆਂ ਨੂੰ ਵੀ ਰਿਸ਼ਵਤ ਦੇਣੀ ਪੈਂਦੀ ਸੀ। ਪੇਸ਼ਗੀ ਰਕਮ ਦੇ ਜ਼ਰੀਏ ਪਲਾਂਟਰ ਕਿਸਾਨਾਂ ਨੂੰ ਨੀਲ ਦੀ ਖੇਤੀ ਕਰਦੇ ਰਹਿਣ ਲਈ ਮਜਬੂਰ ਕਰਦੇ ਸਨ। ਕਿਉਂਕਿ ਕੋਰਟ ਕਚਹਿਰੀ ਦੇ ਜ਼ਰੀਏ ਜ਼ਬਰੀ ਤੇ ਧੋਖਾਦਹੀ ਭਰੇ ਢੰਗ ਨਾਲ ਠੇਕੇ ਲਾਗੂ ਕਰਨਾ ਔਖਾ ਤੇ ਲੰਮੇਰਾ ਕੰਮ ਸੀ। ਇਸ ਲਈ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰਨ ਲਈ ਪਲਾਂਟਰ ਹਿੰਸਕ ਤਰੀਕੇ ਵਰਤਦੇ ਸਨ। ਇਹਦੇ ਲਈ ਪਲਾਂਟਰ ਕਿਸਾਨਾਂ ਨੂੰ ਅਗਵਾ ਕਰ ਲੈਂਦੇ ਸਨ। ਉਹ ਕਿਸਾਨਾਂ ਨੂੰ ਫੈਕਟਰੀਆਂ ਦੇ ਗੋਦਾਮਾਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਡੱਕ ਦਿੰਦੇ ਸਨ। ਔਰਤਾਂ ਤੇ ਬੱਚਿਆਂ 'ਤੇ ਹਮਲੇ ਕਰਦੇ ਸਨ। ਉਹਨਾਂ ਦੇ ਪਸ਼ੂਆਂ ਨੂੰ ਲੈ ਜਾਂਦੇ ਸਨ। ਲੁੱਟਮਾਰ ਕਰਦੇ ਸਨ ਅਤੇ ਘਰਾਂ ਨੂੰ ਅੱਗ ਲਾਉਣ ਤੇ ਭੰਨ ਤੋੜ ਵਰਗੇ ਕਾਰਜ ਕਰਦੇ ਸਨ। ਉਹ ਕਿਸਾਨਾਂ ਦੀਆਂ ਫਸਲਾਂ ਤੇ ਫਲਦਾਰ ਦਰਖਤਾਂ ਨੂੰ ਬਰਬਾਦ ਕਰ ਦਿੰਦੇ ਸਨ। ਇਸ ਮਕਸਦ ਲਈ ਉਹ ਪਹਾੜੇ ਦੇ ਲਠੈਤ ਰੱਖਦੇ ਸਨ। ਹਕੀਕਤ ਇਹ ਸੀ ਕਿ ਪਲਾਂਟਰਾਂ 'ਤੇ ਕੋਈ ਕਾਨੂੰਨ ਲਾਗੂ ਨਹੀਂ ਸੀ ਹੁੰਦਾ। ਇੱਕਾ ਦੁੱਕਾ ਨੂੰ ਛੱਡ ਕੇ ਬਹੁਤੇ ਮੈਜਿਸਟ੍ਰੇਟ ਯੂਰਪੀਅਨ ਸਨ ਅਤੇ ਉਹ ਪਲਾਂਟਰਾਂ ਦਾ ਪੱਖ ਪੂਰਦੇ ਸਨ। ਜਿਹੜੇ ਜੱਜ ਨਿਰਪੱਖ ਰਹਿ ਕੇ ਨਿਆਂ ਦੀ ਕੋਸ਼ਿਸ਼ ਕਰਦੇ ਸਨ ਉਹਨਾਂ ਦੀਆਂ ਬਦਲੀਆਂ ਕਰ ਦਿੱਤੀਆਂ ਜਾਂਦੀਆਂ ਸਨ। 1857 ਵਿੱਚ ਨਿਯੁਕਤ ਕੀਤੇ ਆਨਰੇਰੀ ਮੈਜਿਸਟ੍ਰੇਟਾਂ ਵਿੱਚੋਂ 29 ਪਲਾਂਟਰ ਸਨ ਅਤੇ ਮਹਿਜ਼ ਇੱਕ ਭਾਰਤੀ ਜਗੀਰਦਾਰ ਸੀ। ਬੰਗਾਲ ਵਿੱਚ ਇਹ ਲੋਕ ਕਹਾਵਤ ਪ੍ਰਚਲਿਤ ਹੋ ਗਈ ਸੀ ਕਿ ਰਕਸ਼ਕ ਹੀ ਪਕਸ਼ਕ ਹੈ। 1859 ਦੀ ਪਤਝੜ ਰੁੱਤੇ ਬੰਗਾਲ ਦੇ ਨੀਲ ਦੇ ਕਾਸ਼ਤਕਾਰਾਂ ਵਿੱਚ ਉਸ ਵਕਤ ਰੋਹ ਪੈਦਾ ਹੋ ਗਿਆ ਜਦੋਂ ਉਹਨਾਂ ਨੂੰ ਜਾਪਣ ਲੱਗਾ ਕਿ ਉਹਨਾਂ ਦੇ ਮਸਲੇ ਵਿੱਚ ਸਰਕਾਰ ਪਲਾਂਟਰਾਂ ਦੀ ਹਮਾਇਤੀ ਹੈ। 17 ਅਗਸਤ ਨੂੰ ਕਲਾਰੇ ਦੇ ਡਿਪਟੀ ਮੈਜਿਸਟ੍ਰੇਟ ਨੇ ਪੁਲਿਸ ਨੂੰ ਇਹ ਹੁਕਮ ਜਾਰੀ ਕਰ ਦਿੱਤਾ ਕਿ ਨੀਲ ਦੀ ਖੇਤੀ ਕਰਨ ਵਾਲੇ ਰਹਿਤਾਂ ਸੰਬੰਧੀ ਵਿਵਾਦਾਂ ਦੇ ਮਾਮਲਿਆਂ ਵਿੱਚ ਰਹਿਤ ਕਾਸ਼ਤਕਾਰ ਆਪਣੀਆਂ ਖੁਦ ਦੀਆਂ ਜ਼ਮੀਨਾਂ ਬਤੌਰ ਮਾਲਕ ਆਪਣੇ ਕਬਜ਼ੇ ਹੇਠ ਰੱਖਣਗੇ ਅਤੇ ਆਪਣੀ ਪਸੰਦ ਦੀਆਂ ਫਸਲਾਂ ਬੀਜਣਗੇ। ਉਹਨੇ ਆਪਣੇ ਹੁਕਮ ਵਿੱਚ ਇਹ ਕਿਹਾ ਸੀ ਕਿ ਪੁਲਿਸ ਨੂੰ ਇਸ ਬਾਰੇ ਚੌਕਸ ਰਹਿਣਾ ਚਾਹੀਦਾ ਹੈ ਕਿ ਕੋਈ ਵੀ ਪਲਾਂਟਰ ਇਸ ਮਾਮਲੇ ਵਿੱਚ ਦਖਲ ਨਾ ਦੇ ਸਕੇ। ਡਿਪਟੀ ਮੈਜਿਸਟ੍ਰੇਟ ਦੇ ਐਲਾਨ ਦੀ ਇਹ ਖਬਰ ਸਮੁੱਚੇ ਬੰਗਾਲ ਵਿੱਚ ਫੈਲ ਗਈ ਅਤੇ ਕਿਸਾਨ ਇਹ ਮਹਿਸੂਸ ਕਰਨ ਲੱਗੇ ਕਿ ਹੁਣ ਇਸ ਲੁਟੇਰੀ ਪ੍ਰਥਾ ਦਾ ਜੂੜ ਵੱਢਣ ਦਾ ਸਮਾਂ ਆ ਗਿਆ ਹੈ। ਸ਼ੁਰੂ ਵਿੱਚ ਕਿਸਾਨਾਂ ਨੇ ਸ਼ਾਂਤਮਈ ਤਰੀਕੇ ਨਾਲ ਹੱਲ ਕੱਢਣ ਦੇ ਯਤਨ ਕੀਤੇ। ਉਹਨਾਂ ਅਫਸਰਾਂ ਕੋਲ ਫਰਿਆਦਾਂ ਕੀਤੀਆਂ ਅਤੇ ਸ਼ਾਂਤਮਈ ਪ੍ਰਦਰਸ਼ਨ ਕੀਤੇ। ਪਰ 1859 ਵਿੱਚ ਉਹਨਾਂ ਦਾ ਗੁੱਸਾ ਉਸ ਵਕਤ ਭਾਂਬੜ ਬਣ ਗਿਆ ਜਦੋਂ ਉਹਨਾਂ ਦਾਅਵਾ ਠੋਕ ਦਿੱਤਾ ਕਿ ਨੀਲ ਦੀ ਖੇਤੀ ਨਾ ਕਰਨਾ ਉਹਨਾਂ ਦਾ ਹੱਕ ਹੈ। ਕਿਸਾਨਾਂ ਨੇ ਪਲਾਂਟਰਾਂ ਵੱਲੋਂ ਲਠੈਤਾਂ ਤੇ ਪੁਲਿਸ ਰਾਹੀਂ ਹਮਲਿਆਂ ਦਾ ਟਾਕਰਾ ਕੀਤਾ। ਕੋਰਟ ਕਚਹਿਰੀ ਵਿੱਚ ਵਿਰੋਧ ਕੀਤਾ। ਇਸ ਅੰਦੋਲਨ ਦਾ ਮੁੱਢ ਨਦਿਆ ਜ਼ਿਲ੍ਹੇ ਦੇ ਗੋਬਿੰਦਪੁਰ ਪਿੰਡ ਦੇ ਕਾਸ਼ਤਕਾਰਾਂ ਨੇ ਬੰਨ੍ਹਿਆ। ਅੰਦੋਲਨ ਦੀ ਅਗਵਾਈ ਦਿਗੰਬਰ ਵਿਸ਼ਵਾਸ ਤੇ ਵਿਸ਼ਨੂੰ ਵਿਸ਼ਵਾਸ ਨਾਂ ਦੇ ਦੋ ਕਿਸਾਨ ਕਰ ਰਹੇ ਸਨ। ਇਹ ਦੋਵੇਂ ਪਹਿਲਾਂ ਕਿਸੇ ਪਲਾਂਟਰ ਨਾਲ ਕੰਮ ਕਰ ਚੁੱਕੇ ਸਨ। ਇਹਨਾਂ ਨੇ ਨੀਲ ਦੀ ਖੇਤੀ ਕਰਨੀ ਛੱਡ ਦਿੱਤੀ ਸੀ ਅਤੇ ਜਦੋਂ ਪਲਾਂਟਰ ਨੇ ਉਹਨਾਂ ਦੇ ਪਿੰਡ 'ਤੇ ਹਮਲਾ ਕਰਨ ਲਈ 100 ਲੱਠਮਾਰਾਂ ਦਾ ਗਰੋਹ ਭੇਜਿਆ ਤਾਂ ਕਿਸਾਨਾਂ ਨੇ ਡਾਂਗਾਂ ਸੋਟਿਆਂ ਨਾਲ ਉਹਨਾਂ ਦਾ ਮੁਕਾਬਲਾ ਕੀਤਾ। ਕਿਸਾਨਾਂ ਦਾ ਵਿਰੋਧ ਅਤੇ ਨੀਲ ਹੜਤਾਲ ਹੋਰਨਾਂ ਖੇਤਰਾਂ ਵਿੱਚ ਤੇਜ਼ੀ ਨਾਲ ਫੈਲ ਗਈ। ਕਿਸਾਨਾਂ ਨੇ ਪੇਸ਼ਗੀ ਰਕਮ ਲੈਣ ਤੋਂ ਨਾ ਕਰ ਦਿੱਤੀ ਅਤੇ ਠੇਕੇ 'ਤੇ ਖੇਤੀ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਸਹੁੰ ਖਾਧੀ ਕਿ ਨੀਲ ਦੀ ਖੇਤੀ ਨਹੀਂ ਕਰਨਗੇ। ਉਹ ਪਲਾਂਟਰਾਂ ਦੇ ਹਮਲਿਆਂ ਦਾ ਟਾਕਰਾ ਰਵਾਇਤੀ ਹਥਿਆਰਾਂ ਨਾਲ ਕਰਨ ਲੱਗੇ। ਉਹਨਾਂ ਦੇ ਹੱਥ ਜਿਹੜਾ ਵੀ ਹਥਿਆਰ ਹੈ, ਕੁਹਾੜੀ, ਗੁਲੇਲ, ਡਾਂਗ, ਸੋਟੀ, ਤੀਰ ਕਮਾਨ, ਇੱਟਾਂ, ਮਿੱਟੀ ਦੇ ਭਾਂਡੇ, ਨਾਰੀਅਲ ਦੇ ਫਲ, ਉਸੇ ਨਾਲ ਮੁਕਾਬਲਾ ਕਰਨ ਲੱਗੇ। ਨੀਲ ਹੜਤਾਲ ਤੇ ਕਿਸਾਨ ਉਭਾਰ 1860 ਦੀ ਬਸੰਤ ਰੁੱਤੇ ਫਿਰ ਉੱਠ ਪਿਆ ਅਤੇ ਬੰਗਾਲ ਦੀ ਨੀਲ ਦੀ ਖੇਤੀ ਵਾਲੇ ਸਾਰੇ ਜ਼ਿਲ੍ਹਿਆਂ ਵਿੱਚ ਫੈਲ ਗਿਆ। ਸੈਂਕੜੇ ਕਿਸਾਨਾਂ ਨੇ ਇੱਕ ਤੋਂ ਬਾਅਦ ਦੂਜੀ ਫੈਕਟਰੀ 'ਤੇ ਹਮਲੇ ਕੀਤੇ। ਪਿੰਡ ਪਿੰਡ ਕਿਸਾਨਾਂ ਨੇ ਬਹਾਦਰੀ ਅਤੇ ਦ੍ਰਿੜਤਾ ਨਾਲ ਆਪਣੀ ਰੱਖਿਆ ਕੀਤੀ।
ਕਈ ਮਾਮਲਿਆਂ ਵਿੱਚ ਜਦੋਂ ਪੁਲਿਸ ਨੇ ਦਖਲ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਤੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਤਾਂ ਕਿਸਾਨਾਂ ਨੇ ਪੁਲਿਸੀਆਂ ਅਤੇ ਪੁਲਿਸ ਚੌਕੀਦਾਰਾਂ ਤੇ ਹੱਲੇ ਬੋਲ ਦਿੱਤੇ। ਫਿਰ ਪਲਾਂਟਰਾਂ ਨੇ ਇੱਕ ਹੋਰ ਹਥਿਆਰ ਆਪਣੀ ਜਗੀਰੂ ਤਾਕਤ ਨਾਲ ਹਮਲਾ ਕੀਤਾ। ਉਹਨਾਂ ਨੇ ਬਾਗੀ ਰਹਿਤਾਂ ਨੂੰ ਜ਼ਮੀਨ ਤੋਂ ਬੇਦਖਲ ਕਰਨ ਜਾਂ ਮਾਮਲਾ ਵਧਾਉਣ ਦੀਆਂ ਧਮਕੀਆਂ ਦਾ ਸਹਾਰਾ ਲਿਆ। ਰਹਿਤਾਂ ਨੇ ਇਹਦਾ ਜਵਾਬ ਦੇਣਾ ਬੰਦ ਕਰਕੇ ਹੜਤਾਲ ਕਰਕੇ ਦਿੱਤਾ। ਕਿਸਾਨਾਂ ਨੇ ਵਧਾਇਆ ਮਾਮਲਾ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਜ਼ਮੀਨਾਂ ਤੋਂ ਬੇਦਖਲ ਕਰਨ ਦੇ ਯਤਨਾਂ ਦਾ ਜਥੇਬੰਦਕ ਤਾਕਤ ਨਾਲ ਟਾਕਰਾ ਕੀਤਾ। ਕਿਸਾਨ ਹੌਲੀ ਹੌਲੀ ਕਾਨੂੰਨੀ ਮਸ਼ੀਨਰੀ ਦੀ ਵਰਤੋਂ ਕਰਨ ਲੱਗੇ ਤਾਂ ਜੋ ਉਹ ਆਪਣੇ ਹੱਕਾਂ ਨੂੰ ਲਾਗੂ ਕਰਵਾ ਸਕਣ। ਉਹ ਇਕਜੁੱਟ ਹੋ ਗਏ ਅਤੇ ਆਪਣੇ ਖਿਲਾਫ ਕੋਰਟਾਂ ਵਿੱਚ ਦਰਜ ਕੇਸ ਲੜਨ ਲਈ ਫੰਡ ਇਕੱਠੇ ਕੀਤੇ। ਉਹਨਾਂ ਨੇ ਮੋੜਵੇਂ ਰੂਪ ਵਿੱਚ ਪਲਾਂਟਰਾਂ ਖਿਲਾਫੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ। ਉਹਨਾਂ ਨੇ ਪਲਾਂਟਰਾਂ ਦੇ ਨੌਕਰਾਂ ਨੂੰ ਨੌਕਰੀ ਛੱਡਣ ਲਈ ਮਜਬੂਰ ਕਰਨ ਵਾਸਤੇ ਸਮਾਜਿਕ ਬਾਈਕਾਟ ਦਾ ਹਥਿਆਰ ਵੀ ਵਰਤਿਆ। ਅਖੀਰ ਨੂੰ ਪਲਾਂਟਰ ਕਾਸ਼ਤਕਾਰਾਂ ਦੇ ਇਕਜੁੱਟ ਟਾਕਰੇ ਮੂਹਰੇ ਟਿਕ ਨਾ ਸਕੇ ਅਤੇ ਉਹ ਇੱਕ ਇੱਕ ਕਰਕੇ ਆਪਣੀਆਂ ਫੈਕਟਰੀਆਂ ਬੰਦ ਕਰਨ ਲੱਗੇ। 1860 ਦੇ ਅਖੀਰ ਤੱਕ ਬੰਗਾਲ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਹਕੀਕੀ ਰੂਪ ਵਿੱਚ ਨੀਲ ਦੀ ਖੇਤੀ ਬੰਦ ਹੋ ਗਈ। ਮੁੱਖ ਰੂਪ ਵਿੱਚ ਕਾਸ਼ਤਕਾਰਾਂ ਦੀ ਵਿਆਪਕ ਪਹਿਲਕਦਮੀ, ਆਪਸੀ ਸਹਿਯੋਗ, ਸੰਗਠਨ ਤੇ ਜ਼ਾਬਤੇ ਦੇ ਚੱਲਦਿਆਂ ਨੀਲ ਵਿਦਰੋਹ ਨੂੰ ਸਫਲਤਾ ਮਿਲੀ। ਇਹਦਾ ਦੂਜਾ ਮੁੱਖ ਕਾਰਨ ਹਿੰਦੂ ਤੇ ਮੁਸਲਿਮ ਕਿਸਾਨਾਂ ਵਿਚਕਾਰ ਪੂਰਨ ਏਕਤਾ ਸੀ। ਅੰਦੋਲਨ ਦੀ ਅਗਵਾਈ ਮੁੱਖ ਤੌਰ ਤੇ ਖਾਂਦੇ ਪੀਂਦੇ ਰਾਇਤਾਂ ਦੇ ਕੁਝ ਮਾਮਲਿਆਂ ਵਿੱਚ ਜ਼ਿਮੀਂਦਾਰ, ਸੂਦਖੋਰ ਤੇ ਪਲਾਂਟਰਾਂ ਦੇ ਪੁਰਾਣੇ ਕਰਮਚਾਰੀ ਕਰ ਰਹੇ ਸਨ। ਨੀਲ ਵਿਦਰੋਹ ਦਾ ਇੱਕ ਅਹਿਮ ਪਹਿਲੂ ਬੁੱਧੀਜੀਵੀਆਂ ਦੀ ਭੂਮਿਕਾ ਸੀ। ਇਹਨਾਂ ਨੇ ਵਿਦਰੋਹੀ ਕਿਸਾਨਾਂ ਦੀ ਹਮਾਇਤ ਵਿੱਚ ਵਿਆਪਕ ਮੁਹਿੰਮ ਲਾਮਬੰਦ ਕੀਤੀ। ਅਜਿਹੇ ਲੋਕਾਂ ਨੇ ਅਖਬਾਰਾਂ ਵਿੱਚ ਮੁਹਿੰਮ ਚਲਾਈ ਤੇ ਜਨਤਕ ਮੀਟਿੰਗਾਂ ਕੀਤੀਆਂ। ਕਿਸਾਨਾਂ ਦੇ ਦੁੱਖ ਦਰਦ ਤੇ ਸ਼ਿਕਾਇਤਾਂ ਬਾਰੇ ਮੰਗ ਪੱਤਰ ਤਿਆਰ ਕੀਤੇ ਤੇ ਕਾਨੂੰਨੀ ਚਾਰਾਜੋਈ ਵਿੱਚ ਉਹਨਾਂ ਦਾ ਸਾਥ ਦਿੱਤਾ। ਇਸ ਸੰਦਰਭ ਵਿੱਚ ਹਿੰਦੂ ਪੈਟਰੀਆਟ ਅਖਬਾਰ ਦੇ ਸੰਪਾਦਕ ਹਰੀਸ਼ ਚੰਦਰ ਮੁਖਰਜੀ ਦੀ ਭੂਮਿਕਾ ਸ਼ਾਨਦਾਰ ਸੀ। ਉਹਨਾਂ ਨੇ ਪਲਾਂਟਰਾਂ ਦੇ ਜ਼ਬਰ, ਅਫਸਰਾਂ ਦੇ ਪੱਖਪਾਤੀ ਰਵੱਈਏ ਅਤੇ ਕਿਸਾਨ ਟਾਕਰਾ ਲਹਿਰ ਬਾਰੇ ਪੇਂਡੂ ਖੇਤਰਾਂ ਵਿਚਲੇ ਆਪਣੇ ਪੱਤਰਕਾਰਾਂ ਜ਼ਰੀਏ ਲਗਾਤਾਰ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ। ਉਹ ਖੁਦ ਡੂੰਘੇ ਲਗਾ, ਗੁੱਸੇ ਤੇ ਸਮੱਸਿਆ ਦੀ ਡੂੰਘੀ ਸਮਝਦਾਰੀ ਨਾਲ ਲਿਖਦੇ ਸਨ। ਉਹਨਾਂ ਨੇ ਇਸ ਮਾਮਲੇ ਨੂੰ ਉਚੇਰੇ ਸਿਆਸੀ ਧਰਾਤਲ ਤੇ ਉਠਾਇਆ। ਮਈ 1860 ਵਿੱਚ ਨੀਲ ਵਿਦਰੋਹ ਦੇ ਇਤਿਹਾਸਕ ਤੇ ਰਾਜਨੀਤਿਕ ਮਹੱਤਵ ਬਾਰੇ ਅੰਤਰਝਾਤ ਪਾਉਂਦਿਆਂ ਉਹਨਾਂ ਨੇ ਲਿਖਿਆ, ਉਹਨਾਂ ਨੂੰ ਬੰਗਾਲ ਦੇ ਆਪਣੇ ਕਿਸਾਨਾਂ ਤੇ ਠੀਕ ਹੀ ਮਾਣ ਹੋਵੇਗਾ। ਬੰਗਾਲ ਦੇ ਕਿਸਾਨ ਨੇ ਆਪਣੀ ਤਾਕਤ, ਸਾਧਨਾ, ਰਾਜਸੀ ਸੂਝ ਅਤੇ ਇੱਥੋਂ ਤੱਕ ਕਿ ਲੀਡਰਸ਼ਿਪ ਦੀ ਭਾਵਨਾ ਨਾਲ ਅਜਿਹੀ ਕ੍ਰਾਂਤੀ ਲਿਆਂਦੀ ਹੈ ਜਿਹੜੀ ਕਿਸੇ ਵੀ ਹੋਰ ਦੇਸ਼ ਦੇ ਇਤਿਹਾਸ ਵਿੱਚ ਹੋਈਆਂ ਕ੍ਰਾਂਤੀਆਂ ਦੀ ਵਿਆਪਕਤਾ ਤੇ ਅਹਿਮੀਅਤ ਪੱਖੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹੈ। ਜਿੱਥੇ ਸਰਕਾਰ ਉਹਨਾਂ ਦੇ ਵਿਰੁੱਧ ਹੋਵੇ, ਕਾਨੂੰਨ ਉਹਨਾਂ ਦੇ ਵਿਰੁੱਧ ਹੋਣ, ਟ੍ਰਿਬਿਊਨਲ ਉਹਨਾਂ ਦੇ ਵਿਰੁੱਧ ਹੋਣ, ਅਖਬਾਰ ਉਹਨਾਂ ਦੇ ਖਿਲਾਫ ਹੋਣ, ਉੱਥੇ ਉਹਨਾਂ ਨੇ ਜਿਹੜੀ ਸਫਲਤਾ ਹਾਸਲ ਕੀਤੀ ਹੈ ਉਹਦਾ ਲਾਹਾ ਸਭਨਾਂ ਲੋਕਾਂ ਅਤੇ ਸਾਡੇ ਦੇਸ਼ ਵਾਸੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਨੂੰ ਮਿਲੇਗਾ। ਐਨ ਉਸੇ ਵਕਤ ਦੀਨ ਬੰਧੂ ਮਿੱਤਰ ਨੇ ਨੀਲ ਦਰਪਣ ਨਾਂ ਦਾ ਨਾਟਕ ਲਿਖਿਆ ਸੀ। ਇਸ ਨਾਟਕ ਵਿੱਚ ਪਲਾਂਟਰਾਂ ਵੱਲੋਂ ਕੀਤੇ ਜਾਂਦੇ ਜ਼ਬਰ ਜ਼ੁਲਮ ਦਾ ਜੀਵੰਤ ਚਿਤਰਨ ਕੀਤਾ ਗਿਆ ਸੀ। ਇਸ ਨਾਟਕ ਨੂੰ ਬਹੁਤ ਪ੍ਰਸਿੱਧੀ ਮਿਲੀ। ਨੀਲ ਵਿਦਰੋਹ ਵਿੱਚ ਬੁੱਧੀਜੀਵੀਆਂ ਦੀ ਭੂਮਿਕਾ ਦਾ ਬੜਾ ਡੂੰਘਾ ਅਸਰ ਉਸ ਵਕਤ ਉੱਭਰ ਰਹੇ ਕੌਮੀ ਸੰਗਰਾਮ ਦੇ ਬੁੱਧੀਜੀਵੀਆਂ 'ਤੇ ਵੀ ਪਿਆ ਸੀ। ਇਹ ਬੁੱਧੀਜੀਵੀ ਵਰਗ ਆਪਣੇ ਸਿਆਸੀ ਜਨਮ ਦੇ ਦੌਰ ਵਿੱਚ ਹੀ ਸੀ, ਪਰ ਉਸੇ ਸਮੇਂ ਇਸ ਨੇ ਵਿਦੇਸ਼ੀ ਪਲਾਂਟਰਾਂ ਦੇ ਖਿਲਾਫ ਇਸ ਵਿਆਪਕ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ। ਨੀਲ ਦੀ ਖੇਤੀ ਕਰਨ ਵਾਲੇ ਰਹਿਤਾਂ ਦੇ ਸੰਘਰਸ਼ ਵਿੱਚ ਸਰਗਰਮ ਹਮਾਇਤ ਕਰਨ ਵਾਲਾ ਦੂਜਾ ਵਰਗ ਮਿਸ਼ਨਰੀਆਂ ਦਾ ਸੀ। ਬਰਤਾਨਵੀ ਹਕੂਮਤ ਦਾ ਨੀਲ ਵਿਦਰੋਹ ਪ੍ਰਤੀ ਰਵੱਈਆ ਉਹਨਾਂ ਸਖਤ ਤੇ ਜ਼ਾਲਮਾਨਾ ਨਹੀਂ ਸੀ ਜਿੰਨਾ ਕਿ ਨਾਗਰਿਕ ਵਿਦਰੋਹਾਂ ਤੇ ਆਦੀਵਾਸੀ ਲਹਿਰਾਂ ਪ੍ਰਤੀ ਸੀ। ਬਰਤਾਨਵੀ ਹਕੂਮਤ ਨੂੰ 1857 ਦੀ ਬਗਾਵਤ ਅਤੇ ਸੰਥਾਲਾਂ ਦੇ ਉਭਾਰਾਂ ਦੇ ਤਜਰਬਿਆਂ ਵਿੱਚੋਂ ਕੁਝ ਹੀ ਸਮਾਂ ਪਹਿਲਾਂ ਲੰਘਣਾ ਪਿਆ ਸੀ। ਬਰਤਾਨਵੀ ਬਸਤੀਵਾਦੀ ਹਕੂਮਤ ਇਹ ਵੀ ਦੇਖ ਰਹੀ ਸੀ ਕਿ ਇਸ ਵਿਦਰੋਹ ਦੀ ਹਮਾਇਤ ਬੁੱਧੀਜੀਵੀ ਅਤੇ ਮਿਸ਼ਨਰੀ ਕਰ ਰਹੇ ਹਨ। ਬਰਤਾਨਵੀ ਹਕੂਮਤ ਨੇ ਨੀਲ ਦੀ ਖੇਤੀ ਦੀ ਸਮੱਸਿਆ ਦੀ ਜਾਂਚ ਕਰਨ ਲਈ ਇੱਕ ਕਮਿਸ਼ਨ ਕਾਇਮ ਕੀਤਾ। ਨੀਲ ਕਮਿਸ਼ਨ ਅੱਗੇ ਜਿਹੜੇ ਤੱਥ ਰੱਖੇ ਗਏ ਅਤੇ ਉਸ ਦੀ ਅੰਤਿਮ ਰਿਪੋਰਟ ਨੇ ਨੀਲ ਦੀ ਖੇਤੀ ਦੇ ਸਮੁੱਚੇ ਕਾਰੋਬਾਰ ਵਿੱਚ ਦਾਅਵੇ ਤੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰ ਦਿੱਤਾ। ਇਹਦਾ ਸਿੱਟਾ ਇਹ ਨਿਕਲਿਆ ਕਿ ਇਸ ਕਾਰੋਬਾਰ ਦੇ ਸਭ ਤੋਂ ਭੈੜੇ ਢੰਗਾਂ ਦੀ ਦੁਰਵਰਤੋਂ ਦਾ ਫਸਾ ਵੱਢਿਆ ਗਿਆ। ਨਵੰਬਰ 1860 ਵਿੱਚ ਸਰਕਾਰ ਨੇ ਇਹ ਐਲਾਨ ਕਰ ਦਿੱਤਾ ਕਿ ਰਹਿਤਾਂ ਨੂੰ ਨੀਲ ਦੀ ਖੇਤੀ ਕਰਨ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਇਸ ਐਲਾਨ ਵਿੱਚ ਇਹ ਵੀ ਕਿਹਾ ਗਿਆ ਕਿ ਸਰਕਾਰ ਇਹ ਗੱਲ ਯਕੀਨੀ ਬਣਾਏਗੀ ਕਿ ਸਾਰੇ ਝਗੜਿਆਂ ਦਾ ਹੱਲ ਕਾਨੂੰਨੀ ਤਰੀਕੇ ਨਾਲ ਕੀਤਾ ਜਾਵੇ, ਪਰ ਪਲਾਂਟਰ ਪਹਿਲਾਂ ਹੀ ਆਪਣੀਆਂ ਫੈਕਟਰੀਆਂ ਬੰਦ ਕਰ ਰਹੇ ਸਨ। ਪਲਾਂਟਰ ਸੋਚਦੇ ਸੀ ਕਿ ਤਾਕਤ ਤੇ ਧੋਖਾਦੇਹੀ ਤੋਂ ਬਿਨਾਂ ਉਹ ਇਹ ਧੰਦਾ ਨਹੀਂ ਕਰ ਸਕਣਗੇ। ਦੀਨ ਬੰਧੂ ਮਿੱਤਰ ਦੇ ਨਾਟਕ ਨੀਲ ਦਰਪਣ ਦਾ ਅੰਗਰੇਜ਼ੀ ਅਨੁਵਾਦ 1860 ਵਿੱਚ ਹੀ ਮਿਸ਼ਨਰੀ ਜੇਮਸ ਲੌਂਗ ਨੇ ਕਰ ਦਿੱਤਾ ਸੀ। ਉਹਨਾਂ ਨੂੰ ਕਲਕੱਤਾ ਹਾਈ ਕੋਰਟ ਨੇ ਸਜ਼ਾ ਦੇ ਬਤੌਰ ਜੁਰਮਾਨਾ ਵੀ ਕੀਤਾ ਅਤੇ ਜੇਲ੍ਹ ਬੰਦ ਕਰ ਦਿੱਤਾ। ਅੰਗਰੇਜ਼ ਬਸਤੀਵਾਦੀ ਜੱਜਾਂ ਦੀ ਇਹ ਧਾਰਨਾ ਸੀ ਕਿ ਇਸ ਬੁਰਾਈ ਦਾ ਕਿਵੇਂ ਵੀ ਪਰਦਾਫਾਸ਼ ਨਾ ਹੋਵੇ
ਅਖੀਰ ਬੰਗਾਲ ਦੇ ਬਹੁਤੇ ਹਿੱਸਿਆਂ ਵਿੱਚ ਯੂਰਪੀਅਨ ਪਲਾਂਟਰਾਂ ਵੱਲੋਂ ਨੀਲ ਦੀ ਖੇਤੀ ਬੰਦ ਕਰ ਦਿੱਤੀ ਗਈ। ਨੀਲ ਵਿਦਰੋਹ ਦਾ ਪ੍ਰਭਾਵ ਭਵਿੱਖ ਵਿੱਚ ਹੋਣ ਵਾਲੇ ਕਿਸਾਨ ਅੰਦੋਲਨਾਂ 'ਤੇ ਪਿਆ। ਇਹ ਕਿਸਾਨ ਅੰਦੋਲਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਗਿਆ। ਇਹਦੇ ਨਾਲ ਹੀ ਇਸਨੇ ਕੌਮੀ ਮੁਕਤੀ ਸੰਗਰਾਮ ਵਿੱਚ ਕਿਸਾਨਾਂ ਦੀ ਭੂਮਿਕਾ ਵਧਾਉਣ ਵਿੱਚ ਵੀ ਯੋਗਦਾਨ ਪਾਇਆ। ਜਿਸ ਤਰ੍ਹਾਂ ਬਰਤਾਨਵੀ ਬਸਤੀਵਾਦੀ ਹਕੂਮਤ ਦੌਰਾਨ ਕਿਸਾਨਾਂ ਨੂੰ ਨੀਲ ਦੀ ਖੇਤੀ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ, ਉਹਨਾਂ ਨੂੰ ਪਲਾਂਟਰਾਂ ਵੱਲੋਂ ਪੇਸ਼ਗੀ ਰਕਮ ਦੇ ਕੇ ਠੇਕੇ 'ਤੇ ਖੇਤੀ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਉਸ ਨਾਲ ਉਹ ਪੀੜ੍ਹੀ ਦਰ ਪੀੜ੍ਹੀ ਪਲਾਂਟਰਾਂ ਦੇ ਕਰਜ਼ਈ ਹੋ ਕੇ ਰਹਿ ਜਾਂਦੇ ਸੀ। ਬਰਤਾਨਵੀ ਹਕੂਮਤ ਦੀ ਰਾਜ ਮਸ਼ੀਨਰੀ ਪਲਾਂਟਰਾਂ ਦੇ ਪੱਖ ਵਿੱਚ ਖੜਦੀ ਸੀ। ਉਵੇਂ ਹੀ ਅੱਜ 162 ਸਾਲ ਬਾਅਦ ਮੋਦੀ ਸਰਕਾਰ ਬਦਲੀਆਂ ਹੋਈਆਂ ਹਾਲਤਾਂ ਵਿੱਚ ਵੱਖ-ਵੱਖ ਢੰਗਾਂ ਨਾਲ ਕਿਸਾਨਾਂ ਦੀ ਖੇਤੀ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੇ ਹੱਥ ਦੇਣਾ ਚਾਹੁੰਦੀ ਹੈ। ਇਹ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਸੁਪਨੇ ਦਿਖਾ ਰਹੀ ਹੈ। ਅੱਜ ਨੀਲ ਦੇ ਪਲਾਂਟਰਾਂ ਦੀ ਥਾਂ ਦੇਸੀ ਵਿਦੇਸ਼ੀ ਕਾਰਪੋਰੇਟ ਨੇ। ਅੱਜ ਇਹ ਕੰਟਰੈਕਟ ਖੇਤੀ ਦੇ ਜ਼ਰੀਏ ਆਪਣੀਆਂ ਮਨਪਸੰਦ ਫਸਲਾਂ ਬੀਜਣ ਲਈ ਕਿਸਾਨਾਂ ਨੂੰ ਮਜਬੂਰ ਕਰਨਗੇ। ਇੰਜੇ ਨਵੇਂ ਸਰਮਾਏਦਾਰ ਗੋਰਿਆਂ ਵਾਂਗ ਕਿਸਾਨਾਂ ਦੀ ਛਾਤੀ 'ਤੇ ਮੂੰਗ ਦਲਣਗੇ ਅਤੇ ਉਹਨਾਂ ਦੀਆਂ ਜਿਨਸਾਂ ਨੂੰ ਕੌਡੀਆਂ ਦੇ ਭਾਅ ਖਰੀਦ ਕੇ ਸੁਪਰ ਮੁਨਾਫੇ ਵਟੋਰਨਗੇ। ਬਰਤਾਨਵੀ ਬਸਤੀਵਾਦੀ ਹਕੂਮਤ ਵਾਂਗ ਮੋਦੀ ਸਰਕਾਰ ਤੇ ਉਹਦੀ ਰਾਜ ਮਸ਼ੀਨਰੀ ਤਿੰਨ ਕਾਲੇ ਖੇਤੀ ਕਾਨੂੰਨਾਂ ਰਾਹੀਂ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੇ ਮੁਨਾਫਿਆਂ ਲਈ ਕਿਸਾਨਾਂ ਦੇ ਹੱਕਾਂ ਲਈ ਬਲੀ ਦੇਣ 'ਤੇ ਤੁਲੀ ਹੈ। ਬਹੁਤੇ ਤੱਥ ਵਿਪਨ ਚੰਦਰ ਦੀ ਕਿਤਾਬ ਇੰਡੀਅਨ ਫਰੀडम ਸਟਰਗਲ ਵਿੱਚੋਂ ਧੰਨਵਾਦ ਸਹਿਤ ਲੈ ਗਏ ਨੇ। ਦੋਸਤੋ, ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ। ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ। ਚੰਗੇ ਤੇ ਉਸਾਰੂ ਸੁਝਾਵਾਂ ਦਾ ਹਮੇਸ਼ਾ ਸਵਾਗਤ ਹੈ। ਧੰਨਵਾਦ।